हाँ जी प्यारे दोस्तों, विद्यार्थियों, पाठकों, ਸਰੋਤਿਓ, ਹੁਣੇ ਤੁਸੀਂ ਪਿੱਛੇ ਜੇ ਇੱਕ ਟੈਸਟ ਦੇ ਕੇ ਹਟੇ ਹੋ ਜਿਹੜੀਆਂ ਕਿ ਬਾਰਡਰ ਏਰੀਏ ਦੀਆਂ ਪੋਸਟਾਂ ਸੀ। ਉਹਦੇ ਵਾਸਤੇ ਮਾਸਟਰ ਕੇਡਰ ਦਾ ਜਿਹੜਾ ਟੈਸਟ ਹੋਇਆ, ਤੁਸੀਂ ਸਾਰਿਆਂ ਨੇ ਉਹ ਪੰਜਾਬੀ ਦਾ ਟੈਸਟ ਦੇ ਦਿੱਤਾ ਹੈ ਤੇ ਤੁਹਾਡੇ ਮਨਾਂ ਦੇ ਵਿੱਚ ਉਡੀਕ ਹੋਊਗੀ ਕਿ ਜਲਦ ਤੋਂ ਜਲਦ ਰਿਜ਼ਲਟ ਆਵੇ ਤਾਂ ਕਿ ਤੁਹਾਨੂੰ ਤੁਹਾਡਾ ਰਿਜ਼ਲਟ ਪਤਾ ਲੱਗ ਜੇ। ਅਸੀਂ ਇੱਕ ਯਤਨ ਕੀਤਾ ਹੈਗਾ ਦਾ ਗੋਲਡਨ ਗੇਟ ਸਟੂਡੀਓ ਵੱਲੋਂ ਕਿ ਇਹ ਜਿਹੜਾ ਤੁਹਾਡਾ ਪੰਜਾਬੀ ਦਾ ਪੇਪਰ ਸੀ, ਇਹਦੇ ਜਿਹੜੇ ਸਵਾਲਾਂ ਦੇ ਸਹੀ ਜਵਾਬ ਨੇ ਉਹ ਲੱਭੇ ਜਾਣ, ਤਲਾਸ਼ੇ ਜਾਣ। ਸੋ ਅੱਜ ਅਸੀਂ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਹੋਏ ਹਾਂ। ਤੁਹਾਡੇ ਜਿਹੜੇ ਇਸ ਪੇਪਰ ਦੇ 150 ਸਵਾਲ ਨੇ, ਉਹਨਾਂ ਦੇ ਅਸੀਂ ਰਾਈਟ ਆਨਸਰ ਜਿਹੜੇ ਨੇ, ਸਹੀ ਜਵਾਬ ਨੇ, ਉਹ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਹਾਂ। ਸੋ ਪਿਆਰੇ ਵਿਦਿਆਰਥੀਓ, ਆਪਣਾ ਕੁਐਸਚਨ ਪੇਪਰ ਜਿਹੜਾ ਹੈ ਉਹ ਤੁਸੀਂ ਨਾਲ ਚੱਕ ਲਓ ਤੇ ਜਿਹੜਾ ਤੁਸੀਂ ਫਿਲ ਕਰਕੇ ਆਏ ਹੈਗੇ ਹੋ ਉਹ ਨਾਲ ਟੈਲੀ ਕਰ ਲਓ। ਮੈਨੂੰ ਲੱਗਦਾ ਕਿ ਤੁਹਾਨੂੰ ਅੱਜ ਹੀ ਪਤਾ ਲੱਗ ਜੂਗਾ ਕਿ ਤੁਹਾਡੇ ਕਿੰਨਿਆਂ ਦੇ ਵਿੱਚੋਂ ਕਿੰਨੇ ਨੰਬਰ ਆਉਣਗੇ। ਸੋ ਬਹੁਤੀ ਦੇਰੀ ਆਪਾਂ ਨਹੀਂ ਕਰਦੇ ਹੈਗੇ, ਆਪਾਂ ਸ਼ੁਰੂ ਕਰਦੇ ਹੈਗੇ ਹਾਂ ਕਾਊਂਟਡਾਊਨ। ਜਿਹੜਾ ਪੇਪਰ ਮੇਰੇ ਕੋਲ ਹੈ ਇਹ ਸੀਰੀਜ਼ ਸੀ ਹੈ। ਸੋ ਜਿਹੜੇ ਵੀ ਮੈਂ ਰਾਈਟ ਆਨਸਰ ਦੱਸੂਗਾ ਉਹ ਸੀ ਦੇ ਅਕੋਰਡਿੰਗ ਹੋਣਗੇ। ਬਾਕੀ ਮੈਂ ਨਾਲ ਬੋਲ ਕੇ ਵੀ ਦੱਸੂਗਾ ਤੇ ਤੁਸੀਂ ਉਹਦੇ ਨਾਲ ਟੈਲੀ ਕਰਨਾ ਹੈਗਾ। ਪੰਜਾਬੀ ਸੱਭਿਆਚਾਰ ਵਿੱਚ ਸ਼ਾਹ ਖਰਚੀ ਅਤੇ ਸਵਾਦਲੇ ਭੋਜਨ ਦੇ ਸੰਕਲਪ ਆਏ। ਸੀ ਆਪਸ਼ਨ ਸਹੀ ਹੈ, ਇਸਲਾਮੀ ਸੱਭਿਆਚਾਰ ਤੋਂ। 52 ਹੈ, ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਪੁਸਤਕ ਹੈ। ਆਪਸ਼ਨ ਸਹੀ ਹੈ ਬੀ, ਡਾਕਟਰ ਕਰਨੈਲ ਸਿੰਘ ਥਿੰਦ। ਡਾਕਟਰ ਕਰਨੈਲ ਸਿੰਘ ਥਿੰਦ ਉਹ ਵਿਅਕਤੀ ਸੀ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਫੋਕਲੋਰ ਜਿਹੜਾ ਸ਼ਬਦ ਹੈ ਉਹਦੇ ਪਰਿਆਏ ਵਜੋਂ ਲੋਕਧਾਰਾ ਵਰਤਣ ਦੀ ਥਾਂ ਲੋਕਯਾਨ ਸ਼ਬਦ ਵਰਤਣ ਵਾਸਤੇ ਜ਼ੋਰ ਲਾਇਆ ਸੀ। ਜਿਹੜਾ ਇਹ ਸਵਾਲ ਹੈ 53 ਨੰਬਰ ਤੇ ਕਿ ਲੋਕ ਸੰਗੀਤ, ਲੋਕ ਨਾਚ, ਲੋਕ ਚਿੱਤਰ ਕਿਸ ਘੇਰੇ ਵਿੱਚ ਆਉਂਦੇ ਹਨ, ਜਿਹੜੀਆਂ ਚਾਰੇ ਆਪਸ਼ਨਸ ਨੇ ਇਹ ਅਸੀਂ ਕਹੀਏ ਸਾਰੀਆਂ ਦਰੁਸਤ ਨਹੀਂ ਹੈਗੀਆਂ, ਪਰ ਫਿਰ ਵੀ ਸਾਨੂੰ ਇੱਕ ਚੂਜ਼ ਕਰਨੀ ਪਊਗੀ ਤਾਂ ਅਸੀਂ ਚੂਜ਼ ਕਰਾਂਗੇ ਇਹਦੇ ਵਿੱਚੋਂ ਆਪਸ਼ਨ ਡੀ, ਲੋਕ ਹੁਨਰ। ਹਾਲਾਂਕਿ ਇਹ ਜਿਹੜਾ ਕੁਝ ਵੀ ਉਪਰੋਕਤ ਹੈ, ਲੋਕ ਸੰਗੀਤ, ਲੋਕ ਨਾਚ, ਲੋਕ ਚਿੱਤਰ, ਇਹ ਸਾਰੇ ਲੋਕ ਕਲਾ ਦੇ ਅੰਤਰਗਤ ਆਉਂਦੇ ਨੇ। ਲੋਕ ਕਲਾ ਜਿਹਨੂੰ ਅਸੀਂ ਫੋਕ ਆਰਟ ਕਹਿੰਦੇ ਆ, ਜਿਹੜਾ ਸਕਿੱਲ ਹੈ ਹਨਾ, ਸਕਿੱਲ ਨੂੰ ਹੁਨਰ ਕਹਿੰਦੇ ਆ, ਹੁਨਰ ਦੇ ਅੰਤਰਗਤ ਨਹੀਂ ਆਉਂਦੇ। ਪਰ ਕਿਉਂਕਿ ਲੋਕ ਕਲਾ ਆਪਸ਼ਨ ਨਹੀਂ ਹੈਗੀ ਤਾਂ ਅਸੀਂ ਇਹਦੇ ਵਿੱਚੋਂ ਚੁਣਾਂਗੇ ਆਪਸ਼ਨ ਡੀ, ਲੋਕ ਹੁਨਰ। 53ਵੇਂ ਸਵਾਲ ਦਾ ਸਹੀ ਜਵਾਬ ਹੈ ਲੋਕ ਹੁਨਰ। 54ਵਾਂ ਸਵਾਲ ਜਿਹੜਾ ਹੈਗਾ, ਮਰਦ ਇਸਤਰੀ ਨੂੰ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦਾ ਹੈ। ਹੁਣ ਇਹਦੇ ਵੀ ਦੋ ਆਪਸ਼ਨ ਸਹੀ ਬਣਦੇ ਨੇ। ਟੱਪੇ ਨੇ, ਟੱਪਿਆਂ ਦੇ ਵਿੱਚ ਵੀ ਬਾਲੋ ਜਿਹੜੀ ਹੈ ਉਹਦੇ ਬਾਰੇ ਗੱਲਬਾਤ ਚੱਲਦੀ ਹੈਗੀ ਹੈ, ਪਰ ਸਹੀ ਆਪਸ਼ਨ ਜਿਹੜੀ ਬਣਦੀ ਹੈ ਉਹ ਆਪਸ਼ਨ ਬਣਦੀ ਹੈਗੀ ਹੈ ਮਾਹੀਆ, ਸੀ ਮਾਹੀਆ ਬਾਲੋ ਜਿਹੜਾ ਹੈਗਾ ਇਹਦੇ ਟੱਪੇ ਗਾਏ ਜਾਂਦੇ ਨੇ। 55 ਨੰਬਰ ਸਵਾਲ ਹੈ ਕਿ ਲਾੜੇ ਨਾਲ ਵਿਅੰਗ ਅਤੇ ਹਾਸਾ ਠੱਠਾ ਕਿਸ ਕਾਵਿ ਰੂਪ ਵਿੱਚ ਕੀਤਾ ਜਾਂਦਾ ਹੈ। ਹੁਣ ਜਿਹੜਾ ਲਾੜਾ ਹੈ ਉਹਦੇ ਨਾਲ ਜਿਹੜਾ ਹਾਸਾ ਠੱਠਾ ਹੈ ਉਹ ਛੰਦਾਂ ਦੇ ਵਿੱਚ ਵੀ ਕੀਤਾ ਜਾਂਦਾ ਹੈਗਾ, ਛੰਦ ਪਰਾਗੇ ਆਈਏ ਜਾਈਏ ਹਨਾ। ਬਟ ਜਿਹੜਾ ਛੰਦ ਹੁੰਦੇ ਨੇ ਉਹਨਾਂ ਛੰਦਾਂ ਦੇ ਵਿੱਚ ਕੀ ਹੈ ਕਿ ਬਹੁਤਾ ਜਿਹੜਾ ਵਿਅੰਗ ਤੇ ਹਾਸਾ ਠੱਠਾ ਨਹੀਂ ਹੁੰਦਾ ਹੈਗਾ, ਸਤਿਕਾਰ ਦੀ ਭਾਵਨਾ ਬਣੀ ਰਹਿੰਦੀ ਹੈਗੀ ਹੈ। ਹੇਰਾ ਜਿਹੜਾ ਹੈਗਾ ਇਹ ਥੋੜਾ ਵੱਖਰੀ ਤਰ੍ਹਾਂ ਦਾ ਹੁੰਦਾ, ਹਾਲਾਂਕਿ ਇਹਦੇ ਵਿੱਚ ਵੀ ਸਟਾਇਰ ਮੌਜੂਦ ਹੁੰਦਾ, ਪਰ ਜਿਹੜਾ ਹਾਸਾ ਠੱਠਾ ਤੇ ਵਿਅੰਗ ਹੈ ਪ੍ਰਮੁੱਖਤ ਰੂਪ 'ਚ ਉਹ ਸਿੱਠਣੀਆਂ ਦੇ ਵਿੱਚ ਹੀ ਮੌਜੂਦ ਹੁੰਦਾ ਹੈਗਾ। ਤਾਂ ਅਸੀਂ ਕਹਾਂਗੇ ਕਿ 55ਵੇਂ ਸਵਾਲ ਦਾ ਸਹੀ ਆਨਸਰ ਹੈ ਆਪਸ਼ਨ ਏ। 56 ਨੰਬਰ ਸਵਾਲ ਜਿਹੜਾ ਹੈ ਕਿ ਮਿੱਥ ਕਥਾਵਾਂ ਦੇ ਪਾਤਰ ਹੁੰਦੇ ਹਨ। ਬੜਾ ਸੌਖਾ ਜਿਹਾ ਸਵਾਲ ਹੈ, ਆਨਸਰ ਹੈਗਾ ਆਪਸ਼ਨ ਏ, ਦੇਵੀ ਦੇਵਤੇ। 57ਵਾਂ ਹੈਗਾ ਕਿ ਲੋਕ ਸਿਆਣਪ ਹਮੇਸ਼ਾ ਹੁੰਦੀ ਹੈ, ਤਾਂ ਇਹਦਾ ਸਹੀ ਆਨਸਰ ਜਿਹੜਾ ਬਣਦਾ ਉਹ ਆਨਸਰ ਬਣਦਾ ਹੈਗਾ ਬੀ, ਕਾਵਿਕ ਰੰਗਤ ਵਾਲੀ। ਜਿਹੜੀਆਂ ਅਖਾਣਾਂ, ਮੁਹਾਵਰੇ, ਅਖੌਤਾਂ ਵਗੈਰਾ ਹੁੰਦੀਆਂ ਨੇ ਇਹ ਵਾਰਤਕ ਵਿੱਚ ਵੀ ਹੋ ਸਕਦੀਆਂ ਨੇ, ਪਰ ਕਹਿੰਦੇ ਲੋਕ ਸਿਆਣਪ ਜਿਹੜੀ ਹੈ ਉਹ ਹਮੇਸ਼ਾ ਹੀ ਕਾਵਿ ਦੇ ਵਿੱਚ ਹੀ ਹੋਊਗੀ। ਸਹੀ ਆਪਸ਼ਨ ਹੈ ਆਪਸ਼ਨ ਬੀ, ਕਾਵਿਕ ਰੰਗਤ ਵਾਲੀ। ਸੰਸਕਾਰ ਮਨੁੱਖ ਡੈਸ਼ ਵਿੱਚੋਂ ਪ੍ਰਾਪਤ ਕਰਦਾ ਹੈ। ਸਹੀ ਆਨਸਰ ਤਾਂ ਇਹਦਾ ਹੈਗਾ ਜੀ ਸੀ, ਵਿਰਸੇ ਵਿੱਚੋਂ। ਪਰ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਗੱਭਰੂ ਹੈਗੇ ਨੇ, ਤੁਸੀਂ ਦੇਖਦੇ ਹੋਵੋਗੇ ਕਿ ਉਹ ਪੰਜਾਬੀ ਜਿਹੜੇ ਗੀਤ ਹੈਗੇ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨ ਕੇ ਉਹਨਾਂ ਤੋਂ ਹੀ ਸੰਸਕਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਚਲੋ ਉਹ ਵੱਖਰਾ ਵਿਸ਼ਾ ਹੈਗਾ। ਤਾਂ ਇਹਦਾ 58ਵੇਂ ਸਵਾਲ ਦਾ ਜਿਹੜਾ ਜਵਾਬ ਹੈ ਉਹ ਹੈ ਆਪਸ਼ਨ ਸੀ। 59 ਨੰਬਰ ਸਵਾਲ ਹੈ ਕਿ ਵਹਿਮ ਭਰਮ ਦਾ ਆਧਾਰ ਹੁੰਦੇ ਹਨ। ਤਾਂ ਇਹਦੇ ਵਿੱਚੋਂ ਨੇੜੇ ਤੇੜੇ ਆ ਸਾਰਾ ਕੁਛ।
ਗੈਬੀ ਸ਼ਕਤੀ ਵੀ ਸਹੀ ਹੋ ਸਕਦਾ, ਲੋਕ ਧਰਮ ਵੀ, ਵਿਅਕਤੀਗਤ ਅਭਿਵਿਅਕਤੀ ਵੀ ਤੇ ਡਰ ਭੈ ਵੀ। ਪਰ ਡਰ ਭੈ ਇਹਦਾ ਸਹੀ ਆਨਸਰ ਹੈ, ਆਪਸ਼ਨ ਸੀ ਸਹੀ ਆਨਸਰ ਹੈ। ਗੈਬੀ ਸ਼ਕਤੀ ਜਿਹੜੀ ਹੈ ਉਹ ਕਾਰਕ ਹੈ, ਲੋਕ ਧਰਮ ਉਹ ਵੀ ਕਾਰਕ ਹੈ ਨਾ। ਵਿਅਕਤੀਗਤ ਜਿਹੜੀ ਅਭਿਵਿਅਕਤੀ ਹੈਗੀ ਹੈ ਇਹ ਕਿਉਂਕਿ ਸਮੂਹਕ ਹੁੰਦੀ ਹੈਗੀ ਹੈ, ਵਹਿਮ ਭਰਮ ਜਿਹੜਾ ਹੈ, ਇਸ ਕਰਕੇ ਇਹਦਾ ਸਹੀ ਜਵਾਬ ਜਿਹੜਾ ਹੈ ਉਹ ਆਊਗਾ ਡਰ ਤੇ ਭੈ। ਡਰ ਤੇ ਭੈ ਉਹ ਦੋ ਸ਼ੈਵਾਂ ਨੇ ਜਿਹਦੇ ਕਰਕੇ ਵਹਿਮ ਭਰਮ ਜਿਹੜੇ ਹੈਗੇ ਨੇ ਉਹ ਐਗਜ਼ਿਸਟ ਕਰਦੇ ਹੈਗੇ ਨੇ। 60 ਨੰਬਰ ਸਵਾਲ ਆ ਗਿਆ ਜੀ ਕਿ ਵਿਆਹ ਸ਼ਾਦੀ ਹਵਨ ਸਮੇਂ ਵਰਤੇ ਜਾਣ ਵਾਲੇ ਮੰਤਰਾਂ ਨੂੰ ਕੀ ਕਿਹਾ ਜਾਂਦਾ ਹੈ? ਰਾਈਟ ਆਨਸਰ ਇਜ਼ ਬੀ, ਪਰਮਾਰਥਕ ਮੰਤਰ। 61 ਨੰਬਰ ਸਵਾਲ ਹੈ ਕਿ ਨੌਟੰਕੀ ਕਿਸ ਦਾ ਹਿੱਸਾ ਹੈ? ਜਿਹੜੀ ਨੌਟੰਕੀ ਹੈ ਇਹ ਉੱਤਰ ਪ੍ਰਦੇਸ਼ ਜਿਹੜਾ ਇਲਾਕਾ ਹੈ ਉੱਥੋਂ ਦਾ ਪ੍ਰਸਿੱਧ ਲੋਕ ਨਾਟ ਹੈ। ਇਹਦੇ ਵਿੱਚ ਲੋਕ ਨਾਚ ਅਤੇ ਲੋਕ ਨਾਟ ਜਿਹੜਾ ਹੈਗਾ ਇਹ ਦੋਵੇਂ ਭਰਵੇਂ ਰੂਪ ਦੇ ਵਿੱਚ ਪੇਸ਼ ਹੁੰਦੇ ਨੇ। ਇਹਦਾ ਬਹੁਤਾ ਸੰਬੰਧ ਸੰਗੀਤ ਦੇ ਨਾਲ ਜੁੜਦਾ ਹੈਗਾ, ਪਰ ਕਿਉਂਕਿ ਇਹ ਉਪਭਾਗ ਮੰਨਿਆ ਜਾਂਦਾ ਹੈਗਾ ਸਾਂਗ ਦਾ ਜਾਂ ਸਵਾਂਗ ਦਾ, ਤਾਂ ਅਸੀਂ ਕਹਾਂਗੇ ਕਿ 61ਵੇਂ ਸਵਾਲ ਦਾ ਸਹੀ ਜਵਾਬ ਹੈ ਆਨਸਰ ਏ, ਸਾਂਗ ਨਾਟਕ। 62 ਨੰਬਰ ਸਵਾਲ ਹੈ ਕਿ ਮੈਨੂੰ ਆਪਣੇ ਵਿਚਾਰ ਅਤੇ ਭਾਵ ਪ੍ਰਗਟ ਕਰਨ ਲਈ ਕਿਸੇ ਦੂਜੀ ਬੋਲੀ ਦੀ ਲੋੜ ਨਹੀਂ। ਇਹ ਕਥਨ ਕਿਸ ਦਾ ਹੈ? ਤਾਂ ਰਸੂਲ ਹਮਜ਼ਾ ਤੋਬ, ਉਹਨਾਂ ਦੀ ਬੜੀ ਮਸ਼ਹੂਰ ਕਿਤਾਬ ਹੈ, ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕੀ ਹੈ। ਜੇ ਤੁਸੀਂ ਨਹੀਂ ਪੜ੍ਹੀ ਤਾਂ ਜ਼ਰੂਰ ਪੜ੍ਹ ਲਿਓ, ਮੇਰਾ ਦਾਗਿਸਤਾਨ। ਉਸ ਕਿਤਾਬ ਦੇ ਵਿੱਚ ਇਹ ਵਿਚਾਰ ਆਉਂਦੇ ਨੇ। ਤਾਂ ਇਹਦਾ ਸਹੀ ਆਨਸਰ ਹੈ 62ਵੇਂ ਸਵਾਲ ਦਾ ਆਨਸਰ ਸੀ ਰਸੂਲ ਹਮਜ਼ਾ ਤੋਬ। 63 ਨੰਬਰ ਹੈ ਕਿ ਜਿਹੜੀ ਰਾਰਾ ਧੁਨੀ ਹੈ ਇਹ ਕੀ ਹੈ? ਤਾਂ ਅਸੀਂ ਜਦੋਂ ਪੰਜਾਬੀ ਧੁਨੀ ਵਿਉਂਤ ਦੀ ਗੱਲ ਕਰਦੇ ਹਾਂ, ਅਸੀਂ ਵਿਅੰਜਨਾਂ ਦੀ ਗੱਲ ਕਰਦੇ ਹਾਂ, ਵਿਅੰਜਨਾਂ ਦੇ ਉਚਾਰਨ ਸਥਾਨ, ਉਚਾਰਨ ਢੰਗ ਦੀ ਗੱਲ ਕਰਦੇ ਹਾਂ, ਤਾਂ ਜਦੋਂ ਉਚਾਰਨ ਢੰਗ ਦੀ ਗੱਲ ਆਉਂਦੀ ਹੈਗੀ ਆ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਰਾਰਾ ਧੁਨੀ ਹੈ ਇਹ ਕੰਬਵਾਂ ਵਿਅੰਜਨ ਹੈ। ਸੋ ਆਪਸ਼ਨ ਬੀ ਹੀ ਸਹੀ ਹੈ ਕਿ ਇਹ ਰਾਰਾ ਕਾਂਬਵੀ ਧੁਨੀ ਹੈ। 64 ਹੈ ਕਿ ਦੁੱਤ ਵਿਅੰਜਨ ਕਿਸ ਚਿੰਨ੍ਹ ਰਾਹੀਂ ਸਾਕਾਰ ਕੀਤੇ ਜਾਂਦੇ ਹਨ? ਦੁੱਤ ਤੋਂ ਹੁੰਦਾ ਹੈ ਦਵਿਤੀय, ਡਬਲ। ਫੋਰ ਐਗਜ਼ਾਮਪਲ ਜਦੋਂ ਤੁਸੀਂ ਅੱਗ ਨੂੰ ਅੰਗਰੇਜ਼ੀ 'ਚ ਲਿਖੋਗੇ AGG, ਅੱਗ, ਤਾਂ ਜਿਹੜਾ ਗੱਗਾ ਹੈ ਇਹ ਦੂਰਾ ਉਚਾਰਨ ਹੋ ਰਿਹਾ ਹੈ। ਤਾਂ ਇਸ ਗੱਗੇ ਦੇ ਦੂਰੇ ਉਚਾਰਨ ਨੂੰ ਪੰਜਾਬੀ ਦੇ ਵਿੱਚ ਦੂਰਾ ਗੱਗਾ ਨਹੀਂ ਲਿਖਿਆ ਜਾਂਦਾ, ਦੋ ਗੱਗੇ ਨਹੀਂ ਲਿਖੇ ਜਾਂਦੇ ਹੈਗੇ ਹਿੰਦੀ ਵਾਂਗ। ਇੱਥੇ ਕੀ ਹੈਗਾ ਕਿ ਅੱਖਰ ਦੇ ਜਿਹੜੇ ਅੱਖਰ ਦਾ ਦੁਹਰਾ ਕਰਨਾ ਹੁੰਦਾ ਹੈ ਉਹਦੇ ਤੋਂ ਪਹਿਲੇ ਅੱਖਰ ਤੇ ਅੱਧਕ ਪਾ ਦਿੱਤੀ ਜਾਂਦੀ ਹੈਗੀ ਹੈ। ਸੋ 64ਵੇਂ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ ਡੀ, ਅੱਧਕ। ਜਿਹੜਾ 65ਵਾਂ ਸਵਾਲ ਹੈ ਕਿ ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸੰਯੋਗ ਨਾਲ ਬਣਿਆ ਵਿਸ਼ੇਸ਼ਣ ਕਿਹੜਾ ਹੈ? ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਝੂਠਿਓ ਜਿਹੜਾ ਸ਼ਬਦ ਹੈ ਅਸਲ 'ਚ ਇਹ ਝੂਠਿਓ ਹੋਊਗਾ, ਹਨਾ, ਬਿੰਦੀ ਪਾਣਾ ਭੁੱਲ ਗਏ ਹੈਗੇ। ਝੂਠ ਤੋਂ ਵਿਸ਼ੇਸ਼ਣ, ਝੂਠ ਤੋਂ ਝੂਠਾ, ਹਨਾ, ਬਣਿਆ ਨਾਉਨ, ਤੇ ਹੁਣ ਉਹ ਨਾਉਨ ਤੋਂ ਅੱਗੇ ਜਿਹੜਾ ਹੈਗਾ ਵਿਸ਼ੇਸ਼ਣ ਬਣਦਾ ਹੈਗਾ ਝੂਠਿਓ, ਕਿ ਮੈਂ ਤਾਂ ਇਹ ਗੱਲ ਝੂਠਿਓ ਕਹਿਤੀ ਸੀ। ਸੋ ਇਹਦਾ ਸਹੀ ਆਨਸਰ ਜਿਹੜਾ ਹੈਗਾ ਉਹ ਬਣਦਾ ਹੈਗਾ ਆਪਸ਼ਨ ਡੀ। 65 ਦਾ ਸਹੀ ਆਨਸਰ ਆਪਸ਼ਨ ਡੀ, ਝੂਠਿਓ। ਵਿਦਿਆਰਥੀ ਦੋਸਤੋ 66 ਨੰਬਰ ਸਵਾਲ ਹੈ ਕਿ ਧੁਨੀ ਸਿਧਾਂਤ ਦਾ ਸਿਰਜਕ ਕੌਣ ਹੈ? ਤਾਂ ਆਪਸ਼ਨ ਬੀ ਸਹੀ ਹੈ। ਜਿਨ੍ਹਾਂ ਨੂੰ ਇਹਨਾਂ ਨੇ ਆਨੰਦਵਰਧਕ ਲਿਖਿਆ, ਅਸਲ ਦੇ ਵਿੱਚ ਇਹ ਆਨੰਦਵਰਧਨ ਹੈ। ਆਨੰਦਵਰਧਨ ਜਿਨ੍ਹਾਂ ਦਾ ਗ੍ਰੰਥ ਸੀ ਧਵਨਯਾਲੋਕ, ਉਹਦੇ ਵਿੱਚ ਉਹ ਧੁਨੀ ਸਿਧਾਂਤ ਬਾਰੇ ਜ਼ਿਕਰ ਕਰਦੇ ਹੈਗੇ ਨੇ। ਇਹਨਾਂ ਨੇ ਹੀ ਧੁਨੀ ਸਿਧਾਂਤ ਨੂੰ ਅੱਗੇ ਵਧਾਇਆ ਸੀ। ਸੋ ਸਹੀ ਆਨਸਰ ਹੈ ਬੀ। 67ਵਾਂ ਸਵਾਲ ਹੈਗਾ ਕਿ ਕਿਰਪਾ ਕਰਕੇ ਤੁਸੀਂ ਹੁਣ ਜਾਓ, ਵਾਕ ਦੀ ਕਿਸਮ ਦੱਸੋ। ਕਾਰਜ ਦੇ ਆਧਾਰ ਤੇ ਅਸੀਂ ਵਾਕਾਂ ਨੂੰ 3 ਭਾਗਾਂ ਦੇ ਵਿੱਚ ਵੰਡਦੇ ਹਾਂ। ਬਿਆਨੀਆ ਵਾਕ ਹੁੰਦੇ ਨੇ, ਸਵਾਲੀਆ ਜਾਂ ਪ੍ਰਸ਼ਨੀਆ ਵਾਕ ਹੁੰਦੇ ਨੇ, ਤੀਜੇ ਹੁਕਮੀ ਜਾਂ ਆਗਿਆਵਾਚੀ ਵਾਕ ਹੁੰਦੇ ਨੇ। ਤਾਂ ਇਹ ਜਿਹੜਾ ਹੈਗਾ ਆਗਿਆਵਾਚਕ ਵਾਕ ਹੈ। ਕਿਰਪਾ ਕਰਕੇ ਤੁਸੀਂ ਹੁਣ ਜਾਓ। 67 ਨੰਬਰ ਸਵਾਲ, ਤਾਂ ਆਪਸ਼ਨ ਰਾਈਟ ਇਜ਼ ਬੀ। 68 ਹੈ ਕਿ ਅਪੋਹ ਸਿਧਾਂਤ ਕਿਸ ਦੀ ਦੇਣ ਹੈ? ਸਹੀ ਆਨਸਰ ਹੈ ਆਪਸ਼ਨ ਬੀ, ਬੋਧੀ ਸਕੂਲ ਦੀ। 69 ਨੰਬਰ ਸਵਾਲ ਹੈ ਕਿ ਮਾਤਰੀ ਕਿਸ ਭਾਸ਼ਾ ਦਾ ਸ਼ਬਦ ਹੈ? ਜਿਹੜਾ ਮਾਤਰੀ ਹੈ ਇਹ ਲੈਟਿਨ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਰੂਟ, ਅਸੀਂ ਜੇ ਰੂਟ ਦੀ ਗੱਲ ਕਰਦੇ ਹਾਂ ਤਾਂ ਮਾਤਰੀ, ਮਾਤ੍ਰਿਕ, ਮਾਤਰੋ ਜਿਹੜਾ ਸ਼ਬਦ ਹੈ ਇਹ ਬਣੇ ਹੈਗੇ ਨੇ ਮੈਟਰ ਤੋਂ। ਮੈਟਰ ਲੈਟਿਨ ਦੇ ਵਿੱਚ ਵਰਡ ਹੈ ਜਿਹਦਾ ਅਰਥ ਹੁੰਦਾ ਹੈਗਾ ਮਦਰ। ਸੋ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਜਿਹੜਾ ਸਵਾਲ ਹੈ ਮਾਤਰੀ, ਇਹਦਾ ਜਿਹੜਾ ਰੂਟ ਹੈ ਜਿੱਥੋਂ ਇਹ ਸ਼ਬਦ ਤੁਰਿਆ ਉਹ ਹੈ ਲਾਤੀਨੀ ਭਾਸ਼ਾ, ਆਪਸ਼ਨ ਏ।
70 ਨੰਬਰ ਸਵਾਲ ਹੈ ਕਿ ਪੰਜਾਬੀ ਭਾਸ਼ਾ ਤੇ ਫਾਰਸੀ ਪ੍ਰਭਾਵ ਕਦੋਂ ਢਿੱਲਾ ਪੈਣ ਲੱਗਾ? ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਏ, ਅੰਗਰੇਜ਼ੀ ਹਕੂਮਤ ਵੇਲੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਜਿਹੜੀ ਦਰਬਾਰੀ ਭਾਸ਼ਾ ਸੀ ਉਹ ਅਰਬੀ ਫਾਰਸੀ ਸੀ, ਅਕਬਰ ਸਮੇਂ ਤਾਂ ਹੈ ਸੀ। ਤਿੰਨਾਂ ਵਿੱਚੋਂ ਕੋਈ ਨਹੀਂ, ਆਪਸ਼ਨ ਏ ਗਲਤ ਹੈ। ਸਹੀ ਆਨਸਰ ਹੈ ਆਪਸ਼ਨ ਏ, ਅੰਗਰੇਜ਼ੀ ਹਕੂਮਤ ਸਮੇਂ। 71 ਨੰਬਰ ਸਵਾਲ, ਅਸ਼ਟਧਿਆਏ ਗ੍ਰੰਥ ਦਾ ਰਚੈਤਾ ਹੈ, ਵਿਆਕਰਨ ਦਾ ਇਹ ਗ੍ਰੰਥ ਹੈ, ਇਹਦਾ ਰਚੈਤਾ ਹੈ ਪਾਣਨੀ। ਪਾਣਨੀ ਆਪਸ਼ਨ ਬੀ। 72 ਨੰਬਰ ਤੇ ਸਵਾਲ ਹੈ ਕਿ ਨਿਘੰਟੂ ਤੇ ਨਿਰੁਕਤ ਕਿਸ ਕਲਾ ਨਾਲ ਸੰਬੰਧਿਤ ਹਨ ਜਾਂ ਕਿਸ ਕਲਾ ਦਾ ਨਮੂਨਾ ਨੇ? ਤਾਂ ਅਸੀਂ ਕਹਿ ਸਕਦੇ ਹੈਗੇ ਆ ਇਹ ਕੋਸ਼ ਕਲਾ ਨਾਲ ਰਿਲੇਟਡ ਨੇ, ਕੋਸ਼ਕਾਰੀ ਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈਗਾ। ਆਪਸ਼ਨ ਸੀ ਬਿਲਕੁਲ ਸਹੀ ਹੈ। 73 ਨੰਬਰ ਸਵਾਲ ਹੈ ਕਿ ਵਾਦਕੋਸ਼ ਸਾਹਿਤ ਕਲਾ ਤੇ ਵਿਗਿਆਨ ਕਿਸ ਦੀ ਰਚਨਾ ਹੈ, ਕਿਤਾਬ ਹੈ ਕਿ ਕਿਹਨੇ ਲਿਖੀ ਹੋਈ ਹੈ? ਸਹੀ ਆਪਸ਼ਨ ਹੈ ਆਪਸ਼ਨ ਬੀ, ਜੋਗਿੰਦਰ ਸਿੰਘ ਕੈਰੋਂ। 74 ਨੰਬਰ ਤੇ ਫਿਰ ਇੱਕ ਕਿਤਾਬ ਹੈ, ਪੰਜਾਬੀ ਪਰਿਆਏ ਅਤੇ ਵਿਪਰਿਆਏ ਕੋਸ਼ ਦਾ ਪ੍ਰਕਾਸ਼ਕ ਇਹਨਾਂ ਨੇ ਪੁੱਛਿਆ ਹੈਗਾ। ਮੈਂ ਇਸ ਸਵਾਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ। ਕਿਤਾਬਾਂ ਦੇ ਪ੍ਰਕਾਸ਼ਕ ਨਹੀਂ ਪੁੱਛੇ ਜਾਣੇ ਚਾਹੀਦੇ, ਕਿਉਂਕਿ ਇਹ ਕਿਸੇ ਵੀ ਢੰਗ ਨਾਲ ਫਰੂਟਫੁਲ ਨਹੀਂ ਹੋਣਗੇ। ਪ੍ਰਕਾਸ਼ਕ ਜਾਣ ਕੇ ਅਸੀਂ ਕੀ ਕਰ ਲਾਂਗੇ, ਹਨਾ? ਇਹ ਕਿਸੇ ਵੀ ਢੰਗ ਨਾਲ ਸਾਡੀ ਇਨਫੋਰਮੇਸ਼ਨ, ਸਾਡੀ ਨੌਲੇਜ, ਸਾਡੀ ਵਿਜ਼ਡਮ ਦੇ ਵਿੱਚ ਵਾਧਾ ਨਹੀਂ ਕਰਦੇ ਹੈਗੇ। ਪਰ ਫਿਰ ਵੀ ਚਲੋ, ਸਵਾਲ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਸੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਹੜੀ ਕਿ ਬਹੁਤ ਸਾਰੀਆਂ ਕਿਤਾਬਾਂ ਛਾਪਦੀ ਹੈ, ਉਹਨਾਂ ਨੇ ਹੀ ਇਹ ਪੰਜਾਬੀ ਪਰਿਆਏ ਤੇ ਵਿਪਰਿਆਏ ਕੋਸ਼ ਛਾਪਿਆ ਹੈਗਾ। 75 ਨੰਬਰ ਜਿਹੜਾ ਸਵਾਲ ਹੈ ਕਿ ਪੰਜਾਬੀ ਸੂਫੀ ਸਾਹਿਤ ਸੰਦਰਭ ਗ੍ਰੰਥ ਕਿਹਨਾਂ ਦੀ ਰਚਨਾ ਹੈ? ਤਾਂ ਆਪਸ਼ਨ ਜਵਾਬ ਸਹੀ ਹੈ ਆਪਸ਼ਨ ਬੀ, ਗੁਰਦੇਵ ਸਿੰਘ। ਹਾਲਾਂਕਿ ਸੂਫੀ ਮਤ ਬਾਰੇ ਹੈ ਗੁਲਵੰਤ ਸਿੰਘ, ਡਾਕਟਰ ਗੁਲਵੰਤ ਸਿੰਘ ਜੀ ਹੋਰਾਂ ਨੇ ਬੜਾ ਕੰਮ ਕੀਤਾ ਹੈਗਾ, ਪਰ ਇਹ ਜਿਹੜਾ ਕੋਸ਼ ਹੈ ਛਾਪਿਆ ਹੈਗਾ ਗੁਰਦੇਵ ਸਿੰਘ ਜੀ ਹੋਰਾਂ ਨੇ। 76 ਨੰਬਰ ਸਵਾਲ ਹੈ ਕਿ ਪ੍ਰਚਾਇਕ ਭਾਸ਼ਾ ਵਿਗਿਆਨ ਪੁਸਤਕ ਕਿਹਦੀ ਲਿਖੀ ਹੋਈ ਹੈ? ਰਾਈਟ ਆਨਸਰ ਇਜ਼ ਡੀ, ਵੇਦ ਅਗਨੀਹੋਤਰੀ। 77 ਨੰਬਰ ਸਵਾਲ ਹੈ ਕਿ ਪੰਜਾਬੀ ਨਿੱਕੀ ਕਹਾਣੀ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। ਹਾਲਾਂਕਿ ਬੜਾ ਕਨਫਿਊਜ਼ਿੰਗ ਸਵਾਲ ਹੈ, ਇਹਦੇ ਬਾਰੇ ਕੋਈ ਸਹੀ ਜਵਾਬ ਸਾਨੂੰ ਨਹੀਂ ਲੱਭਦਾ ਹੈਗਾ, ਪਰ ਉਹਦੇ ਬਾਵਜੂਦ ਵੀ ਅਸੀਂ ਕਹਿ ਸਕਦੇ ਹੈਗੇ ਆ ਕਿ ਇਹ ਸਵਾਲ ਦਾ ਜਿਹੜਾ ਸਹੀ ਜਵਾਬ ਹੈ ਉਹਦੀ ਰਾਈਟ ਆਪਸ਼ਨ ਦੇ ਨੇੜੇ ਹੈ। ਸਭ ਤੋਂ ਜ਼ਿਆਦਾ ਉਹ ਨੇੜੇ ਹੈ ਸੰਤ ਸਿੰਘ ਸੇਖੋਂ। ਪੰਜਾਬੀ ਨਿੱਕੀ ਕਹਾਣੀ ਸੰਤ ਸਿੰਘ ਸੇਖੋਂ ਨਾਲ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। 77ਵਾਂ ਸਵਾਲ। 78ਵਾਂ ਸਵਾਲ ਹੈਗਾ ਕਿ ਰਬਾਈ ਕਿਸ ਭਾਸ਼ਾ ਦਾ ਸ਼ਬਦ ਹੈ? ਆਪਸ਼ਨ ਏ, ਅਰਬੀ ਭਾਸ਼ਾ ਦਾ। 79 ਸਵਾਲ ਹੈ ਕਿ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ ਅਰਥ ਹਨ। ਇਹ ਅਰਥ ਕੀਤੇ ਜਾਂਦੇ ਨੇ ਜੀ ਨਜ਼ਮ ਦੇ, ਆਪਸ਼ਨ ਡੀ। 80ਵਾਂ ਸਵਾਲ ਹੈ ਕਿ ਯਾਦਾਂ ਨਾਲ ਸੰਬੰਧਿਤ ਵਾਰਤਕ ਸਾਹਿਤ ਰੂਪ ਕਿਹੜਾ ਹੈ? ਤਾਂ ਉਸ ਵਾਰਤਕ ਸਾਹਿਤ ਰੂਪ ਦਾ ਨਾਮ ਹੈ ਜੀ ਸੰਸਮਰਨ, ਆਪਸ਼ਨ ਸੀ, ਸੰਸਮਰਨ। 81ਵਾਂ ਸਵਾਲ ਹੈ ਕਿ ਰਾਣਾ ਸੂਰਤ ਸਿੰਘ ਕੀ ਹੈ? ਇਹ ਭਾਈ ਵੀਰ ਸਿੰਘ ਦੁਆਰਾ ਰਚਿਆ ਗਿਆ ਮਹਾਕਾਵ ਹੈ, ਆਪਸ਼ਨ ਏ। 82ਵਾਂ ਸਵਾਲ ਹੈ ਬਰਫ਼ ਦੀ ਅੱਗ ਕਿਸ ਦੀ ਰਚਨਾ ਹੈ? ਇਹ ਇੱਕ ਨਾਵਲ ਹੈ ਜਿਹੜਾ ਕਿ ਜਸਵੰਤ ਸਿੰਘ ਕੰਵਲ ਦੁਆਰਾ ਰਚਿਆ ਗਿਆ, ਆਪਸ਼ਨ ਏ। 83 26 ਜਨਵਰੀ ਕਹਾਣੀ ਦਾ ਰਚੈਤਾ ਗੁਰਮੁਖ ਸਿੰਘ ਮੁਸਾਫਰ ਦੁਆਰਾ ਰਚੀ ਹੋਈ ਇਹ ਕਹਾਣੀ ਹੈ। ਗੁਰਮੁਖ ਸਿੰਘ ਮੁਸਾਫਰ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ ਤੇ ਪੰਜਾਬੀ ਸਾਹਿਤਕਾਰ ਵੀ ਰਹੇ ਨੇ। ਹੁਣ ਕਥਾ ਰੰਗ ਦੇ ਵਿੱਚ ਇਹਨਾਂ ਦੀ ਇਹ ਕਹਾਣੀ ਪਹਿਲੀ ਕਹਾਣੀ ਦੇ ਰੂਪ 'ਚ ਸ਼ਾਮਲ ਹੈ। ਇਹ ਜਿਹੜਾ ਸਵਾਲ ਹੈ ਨਾ, ਅਸਲ ਦੇ ਵਿੱਚ ਇਹ ਸਵਾਲ ਗਲਤ ਹੈ। ਗਲਤ ਇਸ ਕਰਕੇ ਹੈਗਾ ਕਿ ਇਹ ਸਵਾਲ ਜਿਹੜਾ ਹੈ ਅਸਲ 'ਚ ਹੈਗਾ 27 ਜਨਵਰੀ। 26 ਜਨਵਰੀ ਬੀਤਣ ਤੋਂ ਇੱਕ ਦਿਨ ਬਾਅਦ ਨਾਲ ਰਿਲੇਟਡ ਇਹ ਕਹਾਣੀ ਹੈ ਜਿਹੜੀ ਕਿ ਇਹਨਾਂ ਨੇ ਗਲਤ ਲਿਖੀ ਹੋਈ ਹੈ। ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਕਹਾਣੀ ਹੈ 27 ਜਨਵਰੀ। ਸੋ ਇਹਦੇ ਤੇ ਵੀ ਜੇ ਤੁਸੀਂ ਕੁਐਰੀ ਪਾ ਸਕੋ ਤਾਂ ਤੁਹਾਨੂੰ ਗ੍ਰੇਸ ਅੰਕ ਮਿਲ ਜਾਣਗੇ, ਕਿਉਂਕਿ ਸਵਾਲ ਹੀ ਗਲਤ ਪੁੱਛਿਆ ਗਿਆ। 26 ਜਨਵਰੀ ਪੁੱਛ ਲਿਆ, 27 ਜਨਵਰੀ ਪੁੱਛਣਾ ਸੀ। 84ਵਾਂ ਸਵਾਲ ਹੈ ਕਿ ਅਲਾਉਣੀਆਂ ਵਿੱਚ ਮੁੱਖ ਭੂਮਿਕਾ ਕਿਹਦੀ ਹੁੰਦੀ ਹੈਗੀ ਹੈ? ਤਾਂ ਅਸੀਂ ਕਹਿ ਸਕਦੇ ਹਾਂ ਕਿ ਨੈਣ ਜਿਹੜੀ ਹੁੰਦੀ ਹੈ, ਆਪਸ਼ਨ ਸੀ, ਇਹਦੀ ਹੀ ਮੁੱਖ ਭੂਮਿਕਾ ਹੁੰਦੀ ਹੈ। 85ਵਾਂ ਸਵਾਲ ਬੜਾ ਕਨਫਿਊਜ਼ਿੰਗ ਸਵਾਲ ਹੈ, ਇਹਦਾ ਰਾਈਟ ਆਨਸਰ ਕੀ ਹੋਊਗਾ? ਡੈਫੀਨੇਟ ਨਹੀਂ ਕਹਿ ਸਕਦੇ ਹੈਗੇ, ਪਰ ਅਸੀਂ ਫਿਰ ਵੀ ਜ਼ਿਕਰ ਜ਼ਰੂਰ ਕਰਾਂਗੇ ਕਿ ਸ਼ਿਵ ਕੁਮਾਰ ਬਟਾਲਵੀ ਦੀ ਕਿਸ ਕਵਿਤਾ ਨੂੰ 20ਵੀਂ ਸਦੀ ਦੇ ਦੂਜੇ ਅੱਧ ਦੀ ਪ੍ਰਗੀਤਕ ਕਵਿਤਾ ਦਾ ਸਿਖਰ ਮੰਨਿਆ ਜਾਂਦਾ ਹੈ। 20ਵੀਂ ਸਦੀ ਦਾ ਦੂਜਾ ਅੱਧ, ਇਹਦਾ ਮਤਲਬ 1950 ਤੋਂ ਬਾਅਦ। ਇਹਨਾਂ ਦੇ ਜਿਹੜੇ ਬਹੁਤੇ ਕਾਵਿ ਸੰਗ੍ਰਹਿ ਨੇ 1950 ਤੋਂ ਬਾਅਦ ਹੀ ਪ੍ਰਕਾਸ਼ਿਤ ਹੋਏ ਨੇ। ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਲੂਣਾ ਜਿਹਦੇ ਕਰਕੇ ਸ਼ਿਵ ਕੁਮਾਰ ਬਟਾਲਵੀ ਨੂੰ ਜਾਣਿਆ ਜਾਂਦਾ ਹੈਗਾ, ਉਹਦੇ ਬਾਰੇ ਹੀ ਇਹਨਾਂ ਨੇ ਸਵਾਲ ਪਾਇਆ ਹੋਣਾ। 86ਵਾਂ ਸਵਾਲ ਵੀ ਕਨਫਿਊਜ਼ਿੰਗ ਹੈਗਾ ਸਵਾਲ ਕਿ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ
ਮਿਲਿਆ, ਕਿਹੜੇ ਸੰਨ ਦੇ ਵਿੱਚ ਮਿਲਿਆ? ਜਦੋਂ ਪੰਜਾਬ ਸਾਂਝਾ ਸੀ ਉਦੋਂ ਇੱਕ ਐਕਟ ਪਾਸ ਕੀਤਾ ਗਿਆ ਸੀ 1960 ਦੇ ਵਿੱਚ ਭਾਸ਼ਾ ਦੇ ਨਾਮ ਤੇ, ਹਨਾ। ਉਹ ਐਕਟ ਜਿਹੜਾ ਸੀ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਬਾਰੇ ਸੀ। 1967 ਦੇ ਵਿੱਚ ਇਹ 1960 ਵਾਲਾ ਜਿਹੜਾ ਐਕਟ ਰੱਦ ਕਰਕੇ ਇਹਦੀ ਥਾਂ ਤੇ ਇੱਕ ਨਵਾਂ ਐਕਟ ਜਿਹੜਾ ਹੈਗਾ ਬਣਾਇਆ ਗਿਆ, ਜਿਹਦੀ ਪਹਿਲੀ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ 30 ਦਸੰਬਰ 1967 ਨੂੰ ਜਾਰੀ ਕੀਤੀ ਗਈ ਸੀ। ਦਫ਼ਤਰੀ ਜਿਹੜਾ ਕੰਮਕਾਜ ਕਰਨਾ ਹੈਗਾ ਉਹਦੇ ਬਾਰੇ ਜਿਹੜੀ ਨੋਟੀਫਿਕੇਸ਼ਨ ਅਸੀਂ ਮੰਨ ਕੇ ਚੱਲਦੇ ਹੈਗੇ ਕਿ 1 ਜਨਵਰੀ 1968 ਤੋਂ ਇਹ ਲਾਗੂ ਕਰਨ ਦਾ ਹੁਕਮ ਹੋਇਆ। ਦੂਜੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ 9 ਫਰਵਰੀ 1968 ਨੂੰ ਹੁੰਦੀ ਹੈਗੀ ਹੈ। ਹੁਣ ਇਹਦੇ 'ਚ ਕਨਫਿਊਜ਼ਿੰਗ ਇਹ ਹੈ ਕਿ ਜਿਹੜਾ ਇਹ ਐਕਟ ਬਣਿਆ ਉਹ 1967 ਦੇ ਵਿੱਚ ਬਣਿਆ ਹੈਗਾ ਤੇ ਲਾਗੂ ਇਹ 1968 ਦੇ ਵਿੱਚ ਹੋਇਆ। ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ 1968 ਜਿਹੜੀ ਹੈਗੀ ਹੈ ਉਹ ਵੀ ਸਹੀ ਆਨਸਰ ਹੈ, 1967 ਵੀ ਸਹੀ ਆਨਸਰ ਹੈਗਾ। ਪਰ ਜੇ ਅਸੀਂ ਕਹੀਏ ਕਿ ਠੀਕ ਦੇ ਕਿਹੜਾ ਜ਼ਿਆਦਾ ਨੇੜੇ ਹੈ ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਠੀਕ ਦੇ ਜ਼ਿਆਦਾ ਨੇੜੇ ਜਿਹੜਾ ਹੈ ਉਹ ਆਪਸ਼ਨ ਡੀ ਹੈ 1968। ਵੈਸੇ ਇਸ ਸਵਾਲ ਤੇ ਵੀ ਤੁਸੀਂ ਕੁਐਰੀ ਪਾ ਸਕਦੇ ਹੈਗੇ ਹੋ ਕਿਉਂਕਿ ਇਹ ਸਵਾਲ ਕਲੀਅਰ ਨਹੀਂ ਹੈਗਾ, ਦੋਨੋਂ ਆਪਸ਼ਨਾਂ ਸਹੀ ਨੇ। ਅਗਲੇ ਸਵਾਲ ਦਾ ਜ਼ਿਕਰ ਕਰਦੇ ਹਾਂ, ਸਵਾਲ ਨੰਬਰ 87 ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਕਿਸ ਗੁਰੂ ਸਾਹਿਬ ਦੀ ਬਾਣੀ ਹੈ? ਸਹੀ ਜਵਾਬ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ, ਆਪਸ਼ਨ ਏ। 88ਵਾਂ ਹੈਗਾ ਕਿ ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚੱਲੀ ਹੈ, ਪੰਕਤੀ ਕਿਹਨਾਂ ਦੀ ਰਚੀ ਹੋਈ ਹੈਗੀ ਹੈ? ਸਹੀ ਆਨਸਰ ਹੈਗਾ ਆਪਸ਼ਨ ਬੀ ਸ਼੍ਰੀ ਗੁਰੂ ਅੰਗਦ ਦੇਵ ਜੀ। 99 ਨੰਬਰ ਸਵਾਲ ਹੈ ਕਿ ਗੁਰੂ ਅਮਰਦਾਸ ਜੀ ਦਾ ਸਮਾਂ ਕਿਹੜਾ ਹੈ? ਆਪਸ਼ਨ ਡੀ ਸਹੀ ਆਨਸਰ ਹੈ। 1479 ਤੋਂ ਲੈ ਕੇ 1574 ਤੱਕ ਦਾ ਜਿਹੜਾ ਉਹਨਾਂ ਦਾ ਸਮਾਂ ਹੈ, ਉਹਨਾਂ ਦੇ ਪ੍ਰਕਾਸ਼ ਉਤਸਵ ਤੋਂ ਲੈ ਕੇ ਜੋਤੀ ਜੋਤ ਸਮਾਨ ਤੱਕ ਦਾ ਇਹ ਸਮਾਂ ਹੈ। ਆਪਸ਼ਨ ਡੀ ਸਹੀ ਹੈ। 90 ਨੰਬਰ ਸਵਾਲ ਹੈ ਕਿ ਗੁਰਬਾਣੀ ਦੀ ਕੁੰਜੀ ਕਿਸ ਰਚਨਾ ਨੂੰ ਕਿਹਾ ਜਾਂਦਾ? ਬੜਾ ਸੌਖਾ ਸਵਾਲ ਹੈ, ਹੁਣ ਤੱਕ ਬਹੁਤ ਵਾਰੀ ਪੜ੍ਹਿਆ ਅਸੀਂ। ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਵਾਰਾਂ ਗੁਰਦਾਸ ਜੀ। ਭਾਈ ਗੁਰਦਾਸ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਹਾਂਜੀ ਵਿਦਿਆਰਥੀ ਦੋਸਤੋ, 91 ਨੰਬਰ ਸਵਾਲ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ 91 ਨੰਬਰ ਸਵਾਲ ਇਹਨਾਂ ਨੇ ਪੁੱਛਿਆ ਹੈ ਕਿ ਬਾਬਾ ਫਰੀਦ ਜੀ ਦੇ ਖਲੀਫਾ ਕੌਣ ਸਨ? ਤਾਂ ਅਸੀਂ ਕਹਿ ਸਕਦੇ ਹਾਂ ਕਿ ਡੀ ਇਹਦਾ ਸਹੀ ਆਨਸਰ ਹੈ। ਖਵਾਜਾ ਬਖਤਿਆਰ ਕਾਕੀ ਜਿਹੜੇ ਸੀ ਉਹਨਾਂ ਦੇ ਖਲੀਫਾ ਸੀ। 92 ਨੰਬਰ ਹੈ ਕਿ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਤੂੰ ਹੈ ਤਾਣਾ ਤੂੰ ਹੈ ਬਾਣਾ ਮੇਰਾ ਸਭ ਕੁਝ ਤੂੰ। ਇਹ ਜਿਹੜੀਆਂ ਪੰਕਤੀਆਂ ਨੇ ਕਾਫੀ ਹੈ, ਇਹ ਕਿਹਨਾਂ ਦੀ ਲਿਖੀ ਹੋਈ ਹੈ? ਅੰਡਰਸਟੂਡ ਹੈ। ਆਪਸ਼ਨ ਏ ਸਹੀ ਆਨਸਰ ਹੈ। ਸੂਫੀ ਕਵੀ ਸ਼ਾਹ ਹੁਸੈਨ ਦੀਆਂ ਲਿਖੀਆਂ ਹੋਈਆਂ ਨੇ। 93 ਨੰਬਰ ਹੈ ਕਿ ਸ਼ਾਹ ਇਨਾਇਤ ਕਿਸ ਦੇ ਮੁਰਸ਼ਦ ਸਨ? ਆਪਸ਼ਨ ਸੀ ਸਹੀ ਆਨਸਰ ਹੈ। ਬੁੱਲੇ ਸ਼ਾਹ ਦੇ ਮੁਰਸ਼ਦ ਸਨ ਸ਼ਾਹ ਇਨਾਇਤ। 94 ਨੰਬਰ ਹੈ ਕਿ ਦਮੋਦਰ ਦੇ ਹੀਰ ਦੇ ਕਿੱਸੇ ਵਿੱਚ ਕਿਸ ਬਾਦਸ਼ਾਹ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ? ਡੀ ਆਪਸ਼ਨ ਅਕਬਰ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। 95 ਨੰਬਰ ਸਵਾਲ ਹੈ ਕਿ ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਪੰਕਤੀਆਂ ਕਿਸ ਕਿੱਸੇ ਵਿੱਚ ਹਨ? ਤਾਂ ਸਹੀ ਜਵਾਬ ਹੈ ਆਪਸ਼ਨ ਏ ਪੀਲੂ ਦੇ ਕਿੱਸੇ ਮਿਰਜ਼ੇ ਸਾਹਿਬਾ ਦੇ ਵਿੱਚੋਂ ਇਹ ਪੰਕਤੀਆਂ ਲਈਆਂ ਗਈਆਂ ਨੇ। 96 ਨੰਬਰ ਸਵਾਲ ਹੈ ਕਿ ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ? ਆਪਸ਼ਨ ਬੀ ਸਹੀ ਆਨਸਰ ਹੈ। ਮਸਨਵੀ ਤੋਂ ਪ੍ਰਭਾਵਿਤ ਹੈ ਜੀ। 97 ਨੰਬਰ ਹੈ ਕਿ ਕਿੱਸਾ ਕਾਵਿ ਦਾ ਪ੍ਰਧਾਨ ਰਸ ਹੈ? ਆਪਸ਼ਨ ਸੀ ਸ਼ਿੰਗਾਰ ਰਸ ਪ੍ਰਧਾਨ ਰਸ ਹੈ। 98 ਹੈ ਕਿ ਸੂਫੀ ਦਰਵੇਸ਼ ਰੱਬ ਦੀ ਪ੍ਰਾਪਤੀ ਦੇ ਕਿੰਨੇ ਪੜਾਅ ਦੱਸਦੇ ਹਨ? ਰਾਈਟ ਆਨਸਰ ਇਜ਼ 4। ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ ਇਹ 4 ਪੜਾਅ ਨੇ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ 4। 99 ਨੰਬਰ ਸਵਾਲ ਹੈ ਜੀ ਕਿ ਪੰਜਾਬੀ ਕਿੱਸਾ ਕਾਵਿ ਤੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਪਿਆ? ਕਿਉਂਕਿ ਜਿਹੜੇ ਬਹੁਤੇ ਕਿੱਸਾਕਾਰ ਸੀ ਇਹ ਮੁਸਲਮਾਨ ਸੀ, ਮੁਸਲਿਮ ਸੱਭਿਆਚਾਰ ਨਾਲ ਸੰਬੰਧਿਤ ਸੀ, ਇਸ ਕਰਕੇ ਇਹਨਾਂ ਤੇ ਜਿਹੜਾ ਬਹੁਤਾ ਪ੍ਰਭਾਵ ਪਿਆ ਉਹ ਸੂਫੀ ਮਤ ਦਾ ਪਿਆ। ਠੀਕ ਹੈ, ਆਪਸ਼ਨ ਬੀ ਜਿਹੜੀ ਹੈ ਉਹ ਰਾਈਟ ਆਨਸਰ ਹੈ। ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਕਿੱਸੇ ਸ਼ੁਰੂ ਹੁੰਦੇ ਨੇ ਤਾਂ ਉਹਨਾਂ ਦੇ ਸ਼ੁਰੂ ਦੇ ਵਿੱਚ ਉਹ ਜਿਹੜੇ ਪੈਗੰਬਰ ਹੋਏ ਨੇ, ਔਲੀਏ ਹੋਏ ਨੇ, ਹਨਾ, ਫਕੀਰ ਹੋਏ ਨੇ, ਉਹਨਾਂ ਦੀ ਉਸਤਤ ਕਰਦੇ ਨੇ ਉਸ ਮੰਗਲਾਚਰਨ ਦੇ ਵਿੱਚ। ਤਾਂ ਅਸੀਂ ਕਹਿ ਸਕਦੇ ਹਾਂ ਕਿ 99 ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਸੂਫੀ ਮਤ ਦਾ ਪ੍ਰਭਾਵ। 100ਵਾਂ ਸਵਾਲ ਹੈ ਕਿ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਕਿਸ ਛੰਦ ਵਿੱਚ ਲਿਖਿਆ ਗਿਆ ਹੈ? ਰਾਈਟ ਆਪਸ਼ਨ ਹੈ ਆਪਸ਼ਨ ਏ ਬੈਂਤ ਛੰਦ, ਜਿਹਦੇ ਵਿੱਚ ਵਾਰਸ ਨੇ ਹੀਰ ਲਿਖੀ ਸੀ ਉਹਦੇ ਵਿੱਚ ਹੀ ਕਾਦਰ ਨੇ ਪੂਰਨ ਭਗਤ ਦਾ ਕਿੱਸਾ ਲਿਖਿਆ।
ਸੋ ਦੋਸਤੋ ਅਸੀਂ ਮਿਹਨਤ ਕੀਤੀ ਹੈ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਏ ਹਾਂ। ਬੜੀ ਮਿਹਨਤ ਦੇ ਨਾਲ ਅਸੀਂ ਸਹੀ ਜਿਹੜੇ ਉੱਤਰ ਨੇ ਉਹ ਤਲਾਸ਼ੀ ਹੈਗੇ ਨੇ। ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਂਦੀ ਹੈ ਤਾਂ ਸਾਡੇ ਚੈਨਲ ਦਾ ਗੋਲਡਨ ਗੇਟ ਸਟੂਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਕਰਿਓ।